आखा जीवा विसरे मर जाऊं। रोज तुहाडे नाल मैं टीवी दे प्रोग्राम देख के मेरी इच्छा सी सानू मिलन दी परमात्मा ने पूरी कर दी। मैं कभी सोचिया नहीं सी कि मैं तुहाडे दर्शन कर पावांगी। ਅਸੀਂ ਤੁਹਾਨੂੰ ਸਵੇਰ ਦੇ ਉਡੀਕ ਰਹੇ ਸਵੇਰ ਦੇ ਦੇਖੋ ਉੱਥੇ ਮੈਂ ਰਾਜੀ ਕਹਿ ਕੇ ਆਈਆਂ ਵੀ ਜਿਹੜੀਆਂ ਗੱਡੀਆਂ ਕੀਆਂ ਉਹਨਾਂ ਦੇ ਨੰਬਰ ਦੱਸੋ, ਉਹਨਾਂ ਦੇ ਫੋਨ ਨੰਬਰ ਦੱਸੋ। ਅਸੀਂ ਲਿਖਦੇ ਪਏ ਸਾਂ ਕਿ ਇਹ ਗੱਡੀਆਂ ਨੂੰ ਅਸੀਂ ਉਹਨਾਂ ਚਲ ਉੱਥੇ ਨੀਚੇ ਗਿਆ ਸੱਚਖੰਡ ਦੇ ਉਹਨਾਂ ਨੂੰ ਮਿਲਣ ਤੋਂ ਬਾਅਦ ਔਰ ਅੰਦਰ ਦੇ ਹਿਰਦੇ ਤੋਂ ਤੁਹਾਡੀ ਸ਼ੁਭਕਾਮਨਾਵਾਂ ਨੇ। ਤੁਹਾਨੂੰ ਪਰਮਾਤਮਾ ਹਮੇਸ਼ਾ ਹੀ ਮੈਂ ਇਸ ਕਾਬਿਲ ਨਹੀਂ ਹੈਗਾ ਜਿੰਨਾ ਤੁਸੀਂ ਮਾਰ ਦਿੰਦੇ ਹੋ। ਨਹੀਂ ਮੈਂ ਤੇ ਕਹਿੰਦੀ ਸਾਰਿਆਂ ਨੂੰ ਮੈਂ ਮੋਟੀਵੇਟ ਸਾਡਾ ਕਰਦੀ ਹੁੰਦੀ ਸਾਂ, ਇਹ ਸਿਰਫ ਗੱਡੀ ਵੇਖ ਕੇ ਤੁਹਾਨੂੰ ਵੇਖ ਕੇ, ਪਰ ਅੱਜ ਤੁਸੀਂ ਬਿਲਕੁਲ ਸਾਹਮਣੇ ਨਜ਼ਰ ਆਏ ਹੋ ਤੇ ਮੈਂ ਕਦੀ ਸੋਚ ਵੀ ਨਹੀਂ ਸਕਦੀ। ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਬਖਸ਼ ਦੇਵੀ ਮੇਰੇ ਬਖਸ਼ ਦੇ। ਹੁਣ ਅਸੀਂ ਨਿਕਲਣ ਲੱਗੇ ਹਾਂ। ਇੱਥੇ ਗੁਰੂ ਨਾਨਕ ਦੇਵ ਜੀ ਦੇ 2 ਗੁਰਦੁਆਰੇ ਨੇ। ਪਹਿਲਾ ਗੁਰਦੁਆਰਾ ਗਊ ਘਾਟ ਹੈ, ਉੱਥੇ ਜਾਵਾਂਗੇ। ਉਸ ਉਪਰੰਤ ਦੂਸਰੇ ਗੁਰਦੁਆਰੇ ਦਰਸ਼ਨ ਕਰਕੇ ਫਿਰ ਸ਼ਾਮ ਵੇਲੇ ਹਰਮੰਦਰ ਸਾਹਿਬ ਤਖਤ ਹਰਮੰਦਰ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਤੇ ਆਪ ਜੀ ਨੂੰ ਵੀ ਕਰਾਵਾਂਗੇ। ਤਦ ਤੱਕ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਟਰਬਨ ਟਰੈਵਲਰ ਸਪਿਰਿਚੁਅਲ ਜਰਨੀ। ਗੁਰੂ ਨਾਨਕ ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ, ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ, ਹਰ ਡੁੱਬਦੀ ਵੇੜੀ ਤੂੰ ਪਾਰ। ਅਸੀਂ ਆ ਪੁੱਜੇ ਹੈਗੇ ਹਾਂ ਇਸ ਵਕਤ ਗੁਰਦੁਆਰਾ ਗਊ ਘਾਟ। ਇਹ ਉਹ ਸਥਾਨ ਹੈ ਜਿੱਥੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵੇਲੇ 1509 ਈਸਵੀ 'ਚ ਇੱਥੇ ਆਏ ਸੀਗੇ। ਇਸ ਏਰੀਏ ਦਾ ਨਾਂ ਹੈ ਆਲਮਗੰਜ ਮੁਹੱਲਾ ਇਹਨੂੰ ਕਹਿੰਦੇ ਨੇ। ਇਹ ਪਟਨਾ ਸਥਿਤ ਹੈਗਾ ਤੇ ਇਹਦਾ ਹੋਰ ਵੀ ਬੜਾ ਇਤਿਹਾਸ ਹੈ ਜਿਹੜਾ ਕਿ ਅਸੀਂ ਅੰਦਰ ਤੁਹਾਨੂੰ ਗੁਰਦੁਆਰਾ ਸਾਹਿਬ ਵਿੱਚ ਅੰਦਰ ਜਾ ਕੇ ਦਰਸ਼ਨ ਕਰਨ ਦੇ ਉਪਰੰਤ ਤੁਹਾਨੂੰ ਦੱਸਾਂਗੇ। ਬਾਬਾ ਨਾਨਕਾ ਗੁਰਦੁਆਰਾ ਗਊ ਘਾਟ, ਇਹ ਸਥਾਨ ਭਾਈ ਜੇਤਾ ਮਲ ਜੀ ਦਾ ਨਿਵਾਸ ਹੁੰਦਾ ਸੀ। ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵੱਲ ਇਸ ਸਥਾਨ 'ਤੇ ਪੁੱਜੇ ਸੀ ਭਾਈ ਮਰਦਾਨਾ ਜੀ ਨਾਲ। ਇੱਥੇ ਆ ਕੇ ਉਹਨਾਂ ਨੇ ਆਸਣ ਲਗਾਇਆ ਤੇ ਉਹਨਾਂ ਦੀ ਭੇਂਟ ਭਾਈ ਜੇਤਾ ਮਲ ਜੀ ਨਾਲ ਹੋਈ। ਭਾਈ ਸਾਹਿਬ ਭਾਈ ਜੇਤਾ ਮਲ ਜੀ ਦੀ ਉਸ ਵਕਤ ਉਮਰ ਤਕਰੀਬਨ 350 ਸਾਲ ਦੀ ਸੀ। ਉਹਨਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਮੈਂ ਗੰਗਾ ਸਨਾਨ ਵਾਸਤੇ ਨਹੀਂ ਜਾ ਸਕਦਾ, ਮੈਂ ਬਿਰਧ ਹੋ ਗਿਆ ਤੇ ਹੁਣ ਤੁਸੀਂ ਮੈਨੂੰ ਮੋਕਸ਼ ਦਿਓ। ਗੁਰੂ ਜੀ ਨੇ ਬਚਨ ਉਚਾਰੇ, ਤੁਸੀਂ ਹਲੇ ਇਹ ਸੰਸਾਰਿਕ ਜੀਵਨ ਦੇ ਸੁੱਖ ਵੇਖਣੇ ਨੇ ਤੇ ਤੁਹਾਡੀ ਮੁਕਤੀ ਜਿਹੜੀ ਹੈ ਉਹ ਮੈਂ 9ਵੇਂ ਜਾਮੇ ਵਿੱਚ ਆ ਕੇ ਆਪ ਕਰਾਂਗਾ। ਭਾਈ ਜੇਤਾ ਜੀ ਦੀ ਬੇਨਤੀ ਸੁਣ ਕਿ ਉਹਨਾਂ ਦੀ ਅਸਮਰਥਾ ਹੈ ਗੰਗਾ ਇਸ਼ਨਾਨ ਕਰਨ ਦੀ, ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਭਾਈ ਜੀ ਤੁਸੀਂ ਚਿੰਤਾ ਨਾ ਕਰੋ, ਗੰਗਾ ਸਵੈ ਇੱਥੇ ਆ ਕੇ ਤੁਹਾਨੂੰ ਇਸ਼ਨਾਨ ਕਰਾਏਗੀ। ਭਾਈ ਜੇਤਾ ਜੀ ਨੇ ਕਿਹਾ ਗੰਗਾ ਜੇ ਮੈਨੂੰ ਇਸ਼ਨਾਨ ਕਰਾਉਣ ਵਾਸਤੇ ਆਏਗੀ ਤੇ ਲੋਕਾਂ ਨੂੰ ਇਹਦੇ ਨਾਲ ਪ੍ਰੋਬਲਮ ਹੋਏਗੀ, ਤਕਲੀਫ ਹੋਏਗੀ, ਦੁੱਖ ਹੋਣਗੇ, ਜਿਹੜਾ ਕਿ ਮੈਂ ਨਹੀਂ ਚਾਹੁੰਦਾ। ਗੁਰੂ ਨਾਨਕ ਦੇਵ ਜੀ ਨੇ ਬਚਨ ਉਚਾਰੇ ਇੱਥੇ ਗੰਗਾ ਗਾਂ ਦੇ ਰੂਪ ਵਿੱਚ ਆ ਕੇ ਤੁਹਾਨੂੰ ਇਸ਼ਨਾਨ ਕਰਾਏਗੀ। ਇੱਥੇ ਇੱਕ ਕੁੰਡ ਬਣਿਆ ਹੋਇਆ ਹੈ ਜਿਹਦੇ ਵਿੱਚ ਇੱਕ ਸੰਕੇਤਿਕ ਤਰੀਕੇ ਦਾ ਇੱਕ ਇਤਿਹਾਸ ਹੈ ਜਿਹੜਾ ਕਿ ਇਤਿਹਾਸਕਾਰ ਦੱਸਦੇ ਨੇ ਕਿ ਇਹ ਉਹ ਕੁੰਡ ਹੈ ਜਿਹਦੇ ਵਿੱਚ ਇੱਥੇ ਭਾਈ ਜੇਤਾ ਮਲ ਜੀ ਬੈਠਦੇ ਸੀ ਤੇ ਗਊ ਮਾਤਾ ਗੰਗਾ ਦੇ ਰੂਪ ਵਿੱਚ ਰੋਜ਼ ਆ ਕੇ ਆਪਣੇ ਮੁਖ ਤੋਂ ਉਹਨਾਂ ਨੂੰ ਗੰਗਾ ਇਸ਼ਨਾਨ ਕਰਾਉਂਦੀ ਸੀ। ਉਸ ਤੋਂ ਉਪਰੰਤ ਭਾਈ ਸਾਹਿਬ 125 ਸਾਲ ਤੱਕ ਹੋਰ ਜੀਵਿਤ ਰਹੇ ਜਦ ਤੱਕ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪ ਇੱਥੇ ਨਹੀਂ ਆਏ। ਭਾਈ ਜੇਤਾ ਮਲ ਜੀ ਨੇ ਇੱਕ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਜਦ ਤੁਸੀਂ ਨਵੇਂ ਜਾਮੇ ਵਿੱਚ ਆਓਗੇ ਤੇ ਮੈਂ ਤੁਹਾਨੂੰ ਪਛਾਣਾਂਗਾ ਕਿਸ ਤਰੀਕੇ ਨਾਲ। ਗੁਰੂ ਜੀ ਨੇ ਬਚਨ ਉਚਾਰੇ, ਜਿਸ ਸਥਾਨ ਤੇ ਮੈਂ ਬੈਠਾ ਹਾਂ ਐਸੀ ਸਥਾਨ ਤੇ ਮੈਂ ਨਵੇਂ ਜਾਮੇ ਵਿੱਚ ਵੀ ਆ ਕੇ ਬੈਠਾਂਗਾ। ਨਵੇਂ ਜਾਮੇ ਵਿੱਚ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸੀਗੇ, ਇਹ ਉਹ ਸਥਾਨ ਹੈ ਜਿੱਥੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ। ਇਹ ਉਹ ਦਰਖਤ ਹੈਗਾ, ਇਤਿਹਾਸਕਾਰਾਂ ਦਾ ਕਹਿਣਾ ਹੈ ਤੇ ਇੱਥੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਦਾ ਕਹਿਣਾ ਹੈਗਾ ਕਿ ਇਹ ਪੁਰਾਤਨ ਵ੍ਰਿਕਸ਼ ਹੈ। ਸਮੇਂ ਦੇ ਵਿੱਚ ਕਾਲਾਂਤਰ ਵਿੱਚ ਇਹ ਕਈ ਵਾਰ ਡਿੱਗਿਆ ਤੇ ਕਈ ਵਾਰ ਦੁਬਾਰਾ ਹੋ ਗਿਆ। ਸੋ ਇਹ ਉਹ ਸਥਾਨ ਹੈ
ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ। ਮੈਨੂੰ ਰਾਮ ਬਾਬਾ ਨਾਨਕਾ ਛੱਡੀ ਨਾ ਕਦੇ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਆਖਿਆ, ਭਾਈ ਭਗਤ ਜੈਤਾਮਲ ਜੀ ਨੂੰ ਆਵਾਜ਼ ਮਾਰੋ। ਸੇਵਕ ਨੇ ਆਵਾਜ਼ ਮਾਰੀ, ਭਗਤ ਜੈਤਾਮਲ ਜੀ ਬੂਆ ਖੋਲੋ। ਭਗਤ ਜੈਤਾਮਲ ਜੀ ਅੰਦਰੋਂ ਹੀ ਆਵਾਜ਼ ਦਿੱਤਾ, ਇੱਥੇ ਕੋਈ ਭਗਤ ਨਹੀਂ, ਕਿਉਂਕਿ ਜ਼ਿਆਦਾ ਉਮਰ ਹੋਣ ਕਰਕੇ ਜਵਾਕ ਬਹੁਤ ਛੇੜਦੇ ਹੁੰਦੇ ਸਨ, ਇਸ ਕਰਕੇ ਆਪਣਾ ਬੂਆ ਬੰਦ ਹੀ ਰੱਖਦੇ ਸਨ। ਸੇਵਕ ਨੇ ਦੂਜੀ ਵਾਰ ਫਿਰ ਆਵਾਜ਼ ਲਾਈ, ਭਗਤ ਜੈਤਾਮਲ ਜੀ ਬੂਆ ਖੋਲੋ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਜੀ ਦੇ ਬੂਹੇ ਦੇ ਅੱਗੇ ਖਲੋਤੇ ਹਨ। ਇਹ ਸੁਣ ਕੇ ਭਗਤ ਜੈਤਾਮਲ ਜੀ ਅੰਦਰੋਂ ਹੀ ਆਵਾਜ਼ ਦਿੱਤਾ, ਜੇਕਰ ਸਾਡਾ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੇ ਆਏ ਹਨ ਤਾਂ ਉਹਨਾਂ ਵਾਸਤੇ ਕੋਈ ਬੂਆ ਬੰਦ ਨਹੀਂ ਤੇ ਕੋਈ ਬੂਆ ਖੁੱਲ੍ਹਾ ਨਹੀਂ, ਉਹ ਆਪ ਹੀ ਅੰਦਰ ਆ ਕੇ ਸਾਨੂੰ ਦਰਸ਼ਨ ਦੇ ਦੇਣਗੇ। ਇਹ ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਪਿਛਲੇ ਪਾਸੇ ਇੱਕ ਛੋਟੀ ਜੀ ਤਾਕੀ ਖੁੱਲੀ ਹੋਈ ਸੀ, ਉसी ताकी राही सतगुरु तेग बहादुर जी महाराज छोटे स्वरूप होकर घोड़े सहित संगतां से परिवार सहित अंदर प्रवेश किया। अंदर जाके भगत जैतामल जी को दर्शन दिता। दर्शन करके निहाल होया। भगत जैतामल जी दोनों हाथ जोड़ के बेनती की, सतगुरु तेग बहादुर जी महाराज जेकर आप जी सतगुरु नानक देव जी दे ही स्वरूप हो तो सानू सतगुरु नानक देव जी दे ही रूप विच आके दर्शन दिओ। ये सुन के सतगुरु तेग बहादुर जी महाराज सतगुरु नानक देव जी के रूप में आके दर्शन दिता। दर्शन करदियां ही भगत जैतामल जी सचखंड जा बिराजे। उन्होंने मगरों सतगुरु तेग बहादुर जी महाराज भगत जैतामल जी का शरीर का संस्कार अपने हथी इसी स्थान पर किया ते क्रियाक्रम भी अपने हथी इसी स्थान पर किया। कदे मेरी बाबा नानका छड्डी ना कदे मेरी बाबा नानक। इस स्थान ते साहिब श्री गुरु नानक देव जी तकरीबन 1 साल ते 6 महीने रुके सी ते इस कमरे के अंदर 3 होर चीज़ां ने जिहड़ी कि बड़ी महत्वपूर्ण ने ते बड़ी पुरातन ने। एक माता गुजरी जी की चक्की, दूसरी इस गुरुद्वारे साहब की पहली चौखाट जिहदे ते मूल मंत्र लिखा हुआ है तो इतिहासकारों के हिसाब नाल वो मूल मंत्र गुरु तेग बहादुर साहब जी ने अपने हत्थां नाल लिखिया सीगा। नाल थल्ले एक छोटी जी बारी है, एक खिड़की, जिहदे विच कहा जाता है कि जिस वक्त गुरु तेग बहादुर साहब इत्थे आए सी जैतामल जी नूं मिलण वास्ते ते उन्होंने इस खिड़की दी द्वारा अपना सूक्ष्म रूप धारण करके इस तो प्रवेश किया सीगा। नाल इहदे एक होर स्थान है जिथे कि 2 थंम पे ने, इहनूं कहंदे ने थंम साहब। आओ तुहानूं उहदे भी दर्शन कराइए। छड्डी ना कदे मेरी बाबा नानका। इस स्थान नूं थंम साहब कहंदे ने। ਇਹਦਾ इतिहास इस प्रकार नाल है, जिस वक्त गुरु तेग बहादुर साहब ਇੱਥੇ आए सी ਤੇ ਇੱਥੇ ਗੁਰਦੁਆਰੇ ਦਾ ਇੱਕ ਨਿਰਮਾਣ ਹੋ ਰਿਹਾ ਸੀ ਤੇ ਜਿਹੜਾ ਦਰਖਾਨ ਚੌਖਟ ਬਣਾ ਰਿਹਾ ਸੀ ਉਹ ਜਿਸ ਵਕਤ ਚੌਖਟ ਬਣਾਉਂਦਾ ਸੀ ਨੈਕਸਟ ਡੇ ਸਵੇਰੇ ਤੱਕ ਉਹ ਇੱਕ ਚੌਖਟ ਵੱਡੀ ਤੇ ਦੂਜੀ ਛੋਟੀ ਰਹਿ ਜਾਂਦੀ ਸੀ। ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ, ਕੱਲ ਗੱਲ ਕਰਾਂਗੇ। ਅਗਲੇ ਦਿਨ ਫਿਰ ਉਸਨੇ ਨਵੀਆਂ ਚੌਖਟ ਕੱਟੀਆਂ, ਉਹਦੇ ਵਿੱਚ ਫਿਰ ਇੱਕ ਛੋਟੀ ਰਹਿ ਗਈ, ਇੱਕ ਵੱਡੀ ਰਹਿ ਗਈ। तो उस वक्त गुरु जी ने वचन उचारे कि यह परमात्मा का स्वरूप है, यह चौखट नहीं हैगी, ये अंदर परमात्मा का निवास है। इस स्थान पर जिहड़ा भी इस थंम नूं गलवकड़ी पा के अरदास मनो करेगा उसकी सारी मनोकामनावां पूर्ण होंगियां। ऐसा मत है तो ऐसा लोगों का विश्वास है। दूर देश दुनिया तो लोग इत्थे आते हैं इस स्थान के दर्शन करने वास्ते तो उन्हों की मनोकामनावां जिहड़े सच्चे मन आते हैं जरूर पूरियां होंदियां। नानका छड्डी ना कदे मेरी बाबा नानक। पुरातन इतिहास ते इतिहासकारां दे हिसाब नाल ਇਹ ਉਹ ਸਥਾਨ ਹੈ ਜਿਹਨੂੰ ਥੜਾ ਸਾਹਿਬ ਕਹਿੰਦੇ ਆ। ਇੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਉਸ ਤੋਂ ਉਪਰੰਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੋਨਾਂ ਨੇ ਅਸੀਂ ਥੜੇ ਤੇ ਬਹਿ ਕੇ ਪੂਜਾ ਅਰਚਨਾ ਕੀਤੀ ਸੀ, ਅਰਦਾਸ ਕੀਤੀ ਸੀ, ਤਪ ਕੀਤਾ ਸੀ ਤੇ ਐਸੀ ਸਥਾਨ ਤੇ ਉਹ ਬੈਠੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सहारा तेरा नाम सच दा दिखावी मैनू, सच दा दिखावी
ਸੱਚ ਦਾ ਦਿਖਾਵੀਂ ਮੈਨੂੰ ਰਾਹ ਬਾਬਾ ਨਾਨਕਾ।